ਵੇਖੋ ਇਹ ਗੁਰੂਆਂ ਨੇ ਵੀ ਬਾਣੀ ਦੇ ਵਿੱਚ ਸਰੀਰ ਪ੍ਰਤੀ ਬੋਲੇ, ਇੱਥੇ ਚੱਕਿਆ ਇੰਦਰੀਆਂ ਪ੍ਰਤੀ ਬੋਲੇ। ਤਾਂ ਹੁਣ ਅਸੀਂ ਵੇਖਣਾ ਜਿਹੜੇ ਇੰਦਰੀ ਹੈ ਉਹ ਵੀ ਇਹਨਾਂ ਸ਼ਰੀਰਾਂ ਮੇ ਹੈ। ਨਾ ਤਾਂ ਕੰਧ ਦੇ ਇੰਦਰੀ ਹੈ, ਨਾ ਧਰਤੀ ਦੇ ਇੰਦਰੀ, ਨਾ ਸਮੁੰਦਰ ਦੇ ਇੰਦਰੀ ਹੈ। ਸਮੁੰਦਰ ਦੀਆਂ ਆਵਾਜ਼ਾਂ ਸਮੁੰਦਰ ਨੂੰ ਤੁਹਾਡੇ ਰੌਲੇ ਨਹੀਂ ਸੁਣਦੇ, ਧਰਤੀ ਨੂੰ ਤੁਹਾਡੀ ਪੁਕਾਰ ਨਹੀਂ ਸੁਣਦੀ। ਇਹਦੇ ਵਿੱਚੋਂ ਬਣੇ ਇਹ ਇੰਦਰੀ ਹੈ, ਇਹ ਸਰੀਰ ਹੈ। ਗੁਰੂਆਂ ਨੇ ਇਹਦੇ ਬਾਰੇ ਥੋੜਾ ਜਿਹਾ ਇਹਨੂੰ ਅੱਗੇ ਤੁਰਨ ਲਈ ਕਿਹਾ ਕਿ ਇਹ ਸਰੀਰਾ ਮੇਰਿਆ। ਵੀ ਮੇਰੇ ਕਿਉਂ ਨਾ, ਵੀ ਤੂੰ ਮੇਰਾ ਮੇਰਾ ਹੀ ਕਰਦਾ ਹੀ ਹੈ ਇਹਨੂੰ। ਇਹ ਸਰੀਰਾ ਮੇਰਿਆ, ਇਸ ਜਗ में आके क्या तो कर्म कमाया। हे ਸਰਵਣ ਮੇਰਿਓ ਸਾਚੇ ਸੁਣਨੇ ਨੂੰ ਪਠਾਏ। ਤੁਹਾਨੂੰ ਇਹ ਸਰੀਰ ਦੇ ਇੱਥੇ ਖੱਡਿਆਂ 'ਚ ਬਿਠਾਇਆ ਹੈ ਤਾਂ ਸੱਚ ਸੁਣਨ ਵਾਸਤੇ ਬਿਠਾਇਆ, ਕਿ ਨਾ ਕਿ ਬਕਵਾਸ ਸੁਣਨ ਵਾਸਤੇ ਤੇ ਬਕਵਾਸ ਕਰਨ ਵਾਸਤੇ। ਹੁਣ ਜਿਨ੍ਹਾਂ ਕੋਲੇ ਇਹ ਗੁਰਬਾਣੀ ਹੈ ਉਹ ਆਪਣੇ ਨਾਲ ਇਹਨੂੰ ਮੰਥਨ ਕਰਨ ਵੀ ਅਸੀਂ ਕਿੰਨਾ ਕੁ ਸੱਚ ਸੁਣਦੇ ਆ ਇਹਨਾਂ ਨਾਲ, ਕਿ ਜੇਬਾਂ ਨਾਲ ਸੱਚ ਬੋਲਦੇ। ਤਾਂ ਗੁਰੂਆਂ ਨੇ ਕਿਹਾ ਕਥਨੀ ਕਥੀਏ ਬ੍ਰਹਮ ਗਿਆਨ। ਜੇ ਕੋਈ ਕਥਾ ਵਾਰਤਾ ਕਰਨੀ ਹੈ ਤਾਂ ਬ੍ਰਹਮ ਗਿਆਨ ਦੀ ਕਰੋ। ਤਾਂ ਬ੍ਰਹਮ ਗਿਆਨ ਕਰਨੇ ਲਈ ਵੇਖੋ ਕਿ ਇਹ ਮਨੁੱਖਾ ਸਰੀਰ ਹੀ ਸਭ ਤੋਂ ਉੱਤਮ ਹੈ। ਮਨੁੱਖਾ ਸਰੀਰ ਜਿਹੜਾ ਉੱਤਮ ਹੈ, ਕਿੰਨਿਆਂ ਕਿਨੇ ਇਹਦੀ ਉੱਤਮਤਾ ਨੂੰ ਪਹਿਚਾਣਿਆ। ਇਹ ਮਨੁੱਖਾ ਸਰੀਰ ਦੇ ਰਾਹੀਂ ਆਪਣੇ ਆਪ ਨੂੰ ਪਛਾਣਨਾ ਸੀ। ਇਹ ਮਨੁੱਖਾ ਸਰੀਰ ਆਇਆ ਕਿੱਥੋਂ ਹੈ? ਬਹੁਤੇ ਲੋਕ ਇਹ ਵੀ ਤੁਹਾਨੂੰ ਦੱਸਦਾ, ਪਹਿਲਾਂ ਪੰਚੀਕਰਨ ਆਕਾਸ਼ ਦੇ ਵਿੱਚੋਂ ਕੋਈ ਚੀਜ਼ ਨਹੀਂ ਪੈਦਾ ਹੁੰਦੀ। ਉਹ ਵਾਯੂ ਚੋਂ ਕੁਛ ਪੈਦਾ ਨਹੀਂ ਹੁੰਦਾ, ਅਗਨੀ ਚੋਂ ਕੁਛ ਪੈਦਾ ਨਹੀਂ ਹੁੰਦਾ, ਪਾਣੀ ਚੋਂ ਕੁਛ ਪੈਦਾ ਨਹੀਂ ਹੁੰਦਾ, ਧਰਤੀ ਚੋਂ ਕੁਛ ਪੈਦਾ ਨਹੀਂ ਹੁੰਦਾ। ਇਹ ਪੰਚੀਕਰਨ ਇਹਨਾਂ ਦਾ ਧਰਤੀ 'ਚ ਮੇਲ ਹੋਇਆ। ਇਹ ਧਰਤੀ ਦੇ ਵਿੱਚ ਪਾਣੀ ਵੀ ਹੈ, ਇਸ ਪ੍ਰਿਥਵੀ ਦੇ ਵਿੱਚ ਅਗਨੀ ਵੀ ਹੈ, ਔਰ ਵਾਯੂ ਆਕਾਸ਼ ਸਭ ਕੁਛ ਓਤ ਪੋਤ ਹੈ। ਇਸ ਨੂੰ ਬੋਲਿਆ ਪੰਚੀਕਰਨ। ਇਹ ਪੰਚੀਕਰਨ ਪ੍ਰਿਥਵੀ ਜਿਹੜੀ ਹੋਈ ਹੈ, ਇਹ ਉਪਜ ਕੁਛ ਪੈਦਾ ਕਰਨ ਦੇ ਵਿੱਚ ਇਹਦੇ ਚ ਸਮਰੱਥਾ ਬਣੀ। ਤੇ ਉਹ ਪੈਦਾ ਕਰਨ ਵਾਲੇ ਜਿਹੜੀ ਸਮਰੱਥਾ ਹੈ ਉਸ ਨੂੰ ਵਿਦਵਾਨਾਂ ਪੁਰਸ਼ਾਂ ਨੇ ਪ੍ਰਾਗ ਭਾਵ ਕਿਹਾ। ਇਹ ਪ੍ਰਾਗ ਭਾਵ ਹੈ ਜਿਹੜਾ ਧਰਤੀ ਦੇ ਵਿੱਚ ਸਮਾਇਆ ਹੋਇਆ। ਧਰਤੀ ਦੇ ਅੰਦਰੋਂ ਉਕਸਤਾ ਹੁੰਦੀ ਹੈ। ਉਕਸਤਾ ਹੋਣ ਨਾਲ ਪ੍ਰਾਗ ਪੈਦਾ ਕਰਦਾ ਕਿ ਨਾਨਾ ਪ੍ਰਕਾਰ ਦੇ ਘਾਹ ਫੂਸ ਪੈਦਾ ਹੁੰਦੇ। ਉਹ ਘਾਹ ਫੂਸ ਦੀਆਂ ਤੁਸੀਂ ਲੋਕ ਵੇਖਨੇ ਆ, ਤਰ੍ਹਾਂ ਤਰ੍ਹਾਂ ਦੇ ਘਾਹ। ਇਹ ਜੀ ਇੱਟ ਸਿੱਟਾ ਹੈ, ਇਹ ਤਾਂਦਲਾ ਹੈ, ਇਹ ਖੱਬਲ ਹੈ, ਇਹ ਬਰੋ ਹੈ। ਇਹ ਨਾਨਾ ਪ੍ਰਕਾਰ ਦੀਆਂ ਕਿਸਮਾਂ ਤੇ ਨਾਨਾ ਪ੍ਰਕਾਰ ਦੀਆਂ ਸ਼ਕਲਾਂ। ਇਹ ਕੌਣ ਪਾਉਂਦਾ, ਇਹਨੂੰ ਕੌਣ ਕੱਢਦਾ? ਇਹ ਆਉਂਦਾ ਹੈ ਕਿ ਜਿਸ ਨੂੰ ਸਬੀਜ ਸਤਾ ਕਿਹਾ ਹੋਇਆ ਹੈ। ਉਹ ਸਬੀਜ ਸਤਾ में
ਪੰਚੇ ਭੂਤ ਹੀ ਓਤ ਪੋਤ। ਇਸ ਬੀਜ ਸਤਾ ਚਾਰ ਖਾਣੀ ਦੇ ਜਗਤ ਦੇ ਨਾਮ ਔਰ ਰੂਪ। ਜਿਸ ਸਤਾ ਦੇ ਬੀਜ ਚ ਇਕੱਤਰਤ ਭਾਵ ਹੋ ਕੇ ਰਹਿੰਦੇ ਆ, ਉਹ ਜਦੋਂ ਧਰਤੀ ਦੇ ਨਾਲ ਸੰਬੰਧਿਤ ਕਰਦੇ ਆ, ਉਹਦੇ ਵਿੱਚੋਂ ਨਾਨਾ ਪ੍ਰਕਾਰ ਦੀਆਂ ਸ਼ਕਲਾਂ ਸੂਰਤਾਂ ਨਿਕਲਦੀਆਂ। ਇਹ ਸ਼ਕਲਾਂ ਸੂਰਤਾਂ ਜਿਹੜੀਆਂ ਧਰਤੀ ਚੋਂ ਘਾਹ ਫੂਸ ਦੀਆਂ ਨਿਕਲਦੀਆਂ, ਇਹਦੇ ਚ ਵਿਕਾਸ ਸ਼ਕਤੀ ਇੱਕ ਪ੍ਰਗਟ ਹੋਈ ਹੈ। ਇਸ ਨੂੰ ਵਿਕਾਸ ਵੀ ਕਹਿੰਦੇ ਆ ਤੇ ਗਿਆਨੀ ਪੁਰਸ਼ ਇਸ ਨੂੰ ਵਿਕਾਰ ਵੀ ਕਹਿੰਦੇ ਆ। ਵਿਕਾਰ ਮੈਨਾ ਹੁੰਦਾ ਹੈ ਕਿ ਇਹਦੇ ਚੋਂ ਕੁਝ ਬਦਲਦਾ ਜਾਣਾ। ਇਹ ਬਦਲਾਓ ਵਾਲੇ ਦੇ ਵਿੱਚੋਂ ਜਿਹੜੇ ਸਮਸ਼ਟੀ ਬੀਜ ਦੇ ਵਿੱਚ ਤਨੁ ਮਾਤਰਾ ਜੁੜੀਆਂ ਹੋਈਆਂ ਹੈ। ਕਿਵੇਂ ਜੁੜੀਆਂ ਕਿ ਤੁਸੀਂ ਇੱਕ ਬਹੁਤ ਵੱਡਾ ਕੜਾਹਾ ਸਾਗ ਸਬਜ਼ੀ ਦਾ ਤਿਆਰ ਕੀਤਾ, ਉਸ ਦਾਲ ਭਾਜੀ ਦੇ ਵਿੱਚ ਕੋਈ 4-5 ਘੜੇ ਪਾਣੀ ਹੈ। 4-5 ਘੜੇ ਪਾਣੀਆਂ ਦੇ ਵਿੱਚ ਕੋਈ 10 ਕਿਲੋ ਦਾਲ ਹੈ, ਕੋਈ ਪਾਈਆ ਭਰ, ਇਸ ਤੋਂ ਅਧਿਕ ਨੂਨ ਵੀ ਹੋ ਸਕਦੀਆਂ, ਮਿਰਚ ਹੈ ਔਰ ਲੂਣ ਹੈ ਔਰ ਹਲਦੀ ਹੈ। ਇਹ ਸਾਰਾ ਕੜਾਹਾ ਰਿੱਝ ਗਿਆ ਹੈ ਤਾਂ ਉਹ ਕੜਾਹੇ ਦੇ ਵਿੱਚ ਹਲਦੀ, ਲੂਣ, ਮਿਰਚ, ਮਸਾਲਾ ਜੋ ਕੁਛ ਪਾਣੀ ਵਿੱਚ ਸਭ ਕੁਛ ਓਤ-ਪੋਤ ਹੋ ਗਿਆ। ਅੱਛਾ, ਕੜਾਹੇ ਦੇ ਵਿੱਚ ਇੰਨਾ ਕੁਛ ਹੈ, ਜੇ ਉਸ ਕੜਾਹੇ ਚੋਂ ਚਮਚਾ ਭਰ ਲਈਏ ਉਸੇ ਦਾਲ ਦਾ, ਤੇ ਚਮਚੇ ਦੇ ਵਿੱਚ ਸਮਝ ਲਓ 5 ਗ੍ਰਾਮ 2 ਗ੍ਰਾਮ ਹੀ ਦਾਲ ਪਾਣੀ ਹੈ। ਜਿੰਨਾ ਕੜਾਹੇ ਦੇ ਵਿੱਚ ਸਭ ਕੁਛ ਹੈ, ਲੂਣ, ਮਿਰਚ, ਹਲਦੀ, ਮਸਾਲਾ, ਜਿੰਨਾ ਕਰਾਰਾ ਕੌੜਾ ਜੋ ਕੁਛ ਹੈ, ਜਿਹੜੇ ਚਮਚੇ ਦੇ ਵਿੱਚ ਉਹੋ ਹੀ ਦਾਲ ਪਾਈ, ਉਹਦੇ ਚ ਓਨਾ ਹੀ ਆ ਕਿ ਇਹਦੇ ਚ ਘੱਟ ਹੈ। ਇਹ ਸਾਨੂੰ ਲੱਗੇਗਾ ਵੀ ਜਿੰਨਾ ਕੜਾਹੇ ਚ ਹੈ 2 ਬੂੰਦਾਂ ਚਮਚ ਤੇ ਪਾਈਆਂ, ਓਨਾ ਹੀ ਸਭ ਕੁਛ ਇਹਦੇ ਚ। ਜਿਹੜਾ ਪੰਚੀਕਰਨ ਹੋਇਆ ਹੈ, ਜੋ ਸਮਸ਼ਟੀ ਦੇ ਵਿੱਚ ਹੈ, ਉਹੋ ਹੀ ਵਿਅਸ਼ਟੀ ਦੇ ਵਿੱਚ ਹੈ। ਗੁਰੂਆਂ ਨੇ ਮੋਟੇ ਰੂਪ ਦੇ ਵਿੱਚ ਸਮਝਾਇਆ ਔਰ ਵਿਸਤੀਰਨ ਨਾਲ ਨਹੀਂ ਸਮਝਾਇਆ। ਮੋਟੇ ਰੂਪ ਚ ਉੱਤਰ ਦੇ ਗਏ ਕਿ ਜੋ ਬ੍ਰਹਮੰਡੇ ਸੋਈ ਪਿੰਡੇ। ਪਿੰਨਾ ਪਿੰਡ, ਡਲੀ ਪ੍ਰਛਿੰਨ ਦਾ ਨਾਂ ਪਿੰਡ ਹੈ। ਇਹਦੀ ਅਪੇਖਿਆ ਸੇ ਧਰਤੀ ਬ੍ਰਹਮੰਡ ਹੈ। ਜਿਹੜੇ ਤਿਣਕੇ ਘਾਹ ਫੂਸ ਨਿਕਲਦੇ ਉਹ ਸਾਰੇ ਪਿੰਡ ਹੈ। ਇਹਨਾਂ ਪਿੰਡਾਂ ਦੇ ਵਿੱਚ ਜਿਸ ਨੂੰ ਆਦਮੀ ਦੀਆਂ ਤਨ ਮਾਤਰਾ ਬੋਲਦੇ, ਇਹਦੀ ਸ਼ਕਲ ਵੀ ਸਮਾਈ ਹੈ। ਗਊ, ਭੈਂਸ, ਕੁੱਕਰ, ਸੂਕਰ ਸਾਰਿਆਂ ਦਾ ਪੰਚੀਕਰਨ ਹੋਇਆ। ਤਾਂ ਇਹ ਨਹੀਂਗਾ ਕਿ ਜਿਵੇਂ ਲੋਕਾਂ ਨੂੰ ਭੁਲੇਖਾ ਹੈ। ਇਹ ਸੰਤ ਲੋਕਾਂ ਨੇ, ਗੁਰੂ ਲੋਕਾਂ ਨੇ ਇਹ ਗੁਰਬਾਣੀ ਆਪਣੇ ਅਨੁਭਵ ਰੱਖੇ ਕਿ ਇਸ ਦਾ ਵਿਚਾਰ ਕਰਿਓ। ਜਿਹੜੀ ਬਾਣੀ ਹੈ, ਬਾਣੀ ਤਟਸਥ ਹੋ ਕੇ ਬੋਲਦੀ ਹੈ। ਬਾਣੀ ਉਹ ਸਰੂਪ ਨਹੀਂਗਾ ਜਿਹਦੇ ਬਾਰੇ ਬੋਲਦੀ ਹੈ। ਕਿਵੇਂ ਨਹੀਂ? ਇਹ ਬਾਣੀ ਨੇ ਕਿਹਾ ਅਖੇ ਜਿਨ ਆਤਮ ਤਤ ਨ ਚੀਨਿਆ, ਸਭ ਫੋਕਟ ਧਰਮ ਅਭਿੰਨਿਆ। ਕਹੋ ਬੇਣੀ ਨਿਚ ਧਿਆਵੈ, ਬਿਨ ਸਤਿਗੁਰ ਵਾਟ ਨਾ ਪਾਵੈ। ਇਹ ਰਸਤਾ ਸਤਿਗੁਰੂ ਤੋਂ ਬਿਨਾਂ ਨਹੀਂ ਮਿਲਦਾ। ਤਾਂ
ਆਤਮ ਤੱਤ ਹੈ ਜਿਹੜਾ, ਇਹਦੇ ਵਿੱਚ ਆਤਮ ਤੱਤ ਦੀ ਗੱਲ ਕੀਤੀ, ਆਤਮ ਕਿੱਥੇ ਹੈ? ਇਹ ਹੋਏਗਾ ਇਹ ਜਿਹੜਿਆਂ ਸ਼ਰੀਰਾਂ ਵਾਲਿਆਂ ਨੂੰ ਤੁਸੀਂ ਨਿੰਦਦੇ ਹੋ, ਜਿਹਨੂੰ ਪਰਮਾਤਮਾ ਖੁਦਾ ਵਾਹਿਗੁਰੂ ਅੱਲਾ ਬੋਲਦੇ ਆ, ਇਹਨਾਂ ਸਰੀਰਾਂ ਦੇ ਵਿੱਚ ਦੋ ਵਿਧ ਪ੍ਰਕਾਸ਼ ਹੋ ਰਿਹਾ। ਇਸ ਤੋਂ ਇਤਰ ਧਰਤੀ ਤੋਂ ਆਕਾਸ਼ ਤਾਈਂ ਸਾਰਿਆਂ ਦੇ ਵਿੱਚ ਇੱਕ ਵਿਧ ਪ੍ਰਕਾਸ਼ ਹੈ। ਕਿੱਥੇ ਨਹੀਂ ਚੇਤਨਾ? ਜੈਸੇ ਕਹੀਏ ਗੁਰੂਆਂ ਨੇ ਕਿ ਸਗਲ ਬਨਸਪਤ ਮਾਹੇ ਬਸੰਤਰ, ਸਗਲ ਦੁੱਧ ਮੈਂ ਕੀਆ। ਇਹ ਦੋ ਦ੍ਰਿਸ਼ਟਾਂਤ ਹੈ। ਤਾਂ ਇਹ ਹੋਏਗਾ ਵੀ ਸਗਲ ਬਨਸਪਤੀ ਦੇ ਵਿੱਚ ਅਗਨੀ ਹੈ, ਤਾਂ ਤੁਸੀਂ ਕੁਰਸੀਆਂ ਤੇ ਬੈਠੇ ਆ, ਮੰਜੇ ਤੇ ਬੈਠੇ ਆ, ਅੱਗ ਜਲਦੀ ਕਿਉਂ ਨਹੀਂ? ਵੇ ਸਮਾਨ ਅਗਨੀ ਹੈ ਜਿਹੜੀ, ਨਾ ਕਿਸੇ ਦਾ ਕੁਛ ਵਿਗਾੜਦੀ ਹੈ ਤੇ ਨਾ ਸੰਵਾਰਦੀ ਹੈ। ਇਸੇ ਤਰ੍ਹਾਂ ਹੀ ਸਮਾਨ ਪਰਮਾਤਮਾ ਨਾ ਕਿਸੇ ਦਾ ਕੁਛ ਵਿਗਾੜਦਾ ਤੇ ਨਾ ਕਿਸੇ ਦਾ ਸੰਵਾਰਦਾ। ਇਹਨਾਂ ਉਪਾਧੀਆਂ ਨਾਲ ਮਿਲ ਕੇ ਵਿਗਾੜਦਾ ਤੇ ਇੱਥੇ ਹੀ ਸੰਵਾਰਦਾ। ਤੇ ਇਹਦੀ ਮਹਿਮਾ ਸਾਰੀ ਬਾਣੀ 'ਚ ਲਿਖੀ ਹੈ। ਬਾਣੀ 'ਚ ਕਿਸ ਦੀ ਮਹਿਮਾ? ਲੋਕ ਬੋਲਦੇ ਐ ਇਹ ਜਦੋਂ ਜਾਂਦਾ ਮਰ ਜਾਂਦਾ ਸਰੀਰ ਛੱਡ ਕੇ। ਅੱਛਾ ਤੁਸੀਂ ਵੇਖਨੇ ਆ, ਪਰ ਅੰਤ ਨੂੰ ਵੇਖੋ ਕਿ ਸ਼ਾਸਤਰ ਕਰਤਾ ਸੰਤ ਲੋਕ ਬੋਲਦੇ ਐ ਕਿ ਅਗਲੇ ਗਏ ਨਹੀਂ ਫਿਰ ਆਏ। ਤੇ ਕਿ ਜਿਹੜਾ ਇਹ ਜਗਤ ਹੈ ਸਾਰਾ, ਇਹ ਲੈ ਕੇ ਤਾਂ ਕਿ ਅਗਲੇ ਗਏ ਨਹੀਂ ਫਿਰ ਆਏ, ਜਗਤ ਸਰਾਏ ਨਦੀ ਕਾ ਪਾਣੀ। ਜਿਹੜੀ ਨਦੀ ਹੈ ਇਹ ਨਵਾਂ ਨਵਾਂ ਪਾਣੀ ਆਈ ਜਾਂਦਾ, ਜਿਹੜਾ ਜਾਈ ਜਾਂਦਾ ਉਹ ਮੁੜ ਕੇ ਨਹੀਂ ਕਦੇ ਆਇਆ। ਜਿਹੜੇ ਸਰਾਂ 'ਚ ਨਿਵਾਸ ਕਰਦੇ ਰਾਤ ਕੱਟਦੇ ਆ, ਕੱਲ ਨੂੰ ਨਵਿਆਂ ਦੇ ਹੋਰ ਭਰੀ ਹੋ ਗਾਂ ਲੰਘੀ ਜਾਂਦੇ। ਤੇ ਇਹ ਕਿੱਥੋਂ ਸਿੱਖਿਆ? ਕਿਸ ਅਨੁਭਵ ਨਾਲ ਕਹਿੰਦੇ ਕਿ ਅਨੁਮਾਨ ਨਾਲ ਕਹਿੰਦੇ ਆ? ਫੇਰ ਮੁੜ ਕੇ ਆ ਜਾਂਦਾ ਜਿਹੜਾ ਮਰ ਕੇ ਜਾਂਦਾ। ਕਿੱਧਰ ਦੀ ਆਉਂਦਾ? ਅਗਲੇ ਗਏ ਨਹੀਂ ਫਿਰ ਆਏ, ਜਗਤ ਸਰਾਏ ਨਦੀ ਕਾ ਪਾਣੀ। ਨਾ ਇਹ ਮੁੜ ਕੇ ਆਇਆ ਤੇ ਨਾ ਸਰਾਂ ਵਾਲੇ ਮੁੜ ਕੇ ਆਏ, ਨਵੇਂ ਮੁਸਾਫਰ ਆਉਂਦੇ। ਇਹ ਜਿਹੜਾ ਕਹਿੰਦਾ ਵੀ ਸਰੀਰ ਛੱਡ ਗਿਆ ਫਲਾਨੀ ਤਰੀਕ ਨੂੰ ਜੀ, ਉਹਦਾ ਵੱਡੇ ਹਾਲ ਦੇ ਵਿੱਚ ਪੈਲਸ ਬੁੱਕ ਕਰਾਇਆ, ਉੱਥੇ ਭੋਗ ਪਊਗਾ, ਅਥਵਾ ਗੁਰਦੁਆਰੇ ਬੜੇ ਬੜੇ ਆ ਉੱਥੇ ਭੋਗ ਪਾਓ। ਇੰਨੀ ਤਰੀਕ ਨੂੰ ਉਹ ਗੁਰੂ ਚਰਨਾਂ 'ਚ ਵਿਰਾਜਮਾਨ ਹੋ ਗਏ, ਸੱਚਖੰਡ ਚਲੇ ਗਏ। ਤਾਂ ਇਹ ਵੇਖੋ ਵੀ ਇਹ ਗੱਲਾਂ ਜਿਹੜੀਆਂ ਲਿਖੀਆਂ ਬੋਲੀਆਂ ਇਹਨਾਂ ਨੂੰ ਅਨੁਭਵ ਵਿੱਚ ਲਿਆਉਣ ਵਾਸਤੇ ਹੈ। ਅੱਛਾ, ਹਰਮੰਦਰ ਸਾਹਿਬ ਨੂੰ ਸੱਚਖੰਡ ਕਹਿੰਦੇ ਆ ਕਿ ਨਹੀਂ? ਆਪਾਂ ਸਭੀ ਲੋਕ ਕਹਿੰਦੇ। ਤਾਂ ਜਿਹੜਾ ਸੱਚਖੰਡ ਵਾਸੀ ਸਰੀਰ ਛੱਡ ਕੇ ਗਿਆ, ਕਿਤੇ ਹਰਮੰਦਰ ਸਾਹਿਬ ਚਲਿਆ ਗਿਆ, ਹੁਣ ਉੱਥੇ ਰਹਿੰਦਾ ਉਹ। ਵੀ ਉੱਥੇ ਰਹਿੰਦਾ ਹੋਵੇ ਤਾਂ ਟਕਰਾਅ ਹੋ ਜੇ ਤੁਰਿਆਂ ਫਿਰਦਿਆਂ ਦਾ। ਫਿਰ ਉਹ ਸੱਚਖੰਡ ਕਿਹੜਾ ਜਿੱਥੇ ਲੋਕ ਕਹਿੰਦੇ ਸੱਚਖੰਡ ਵਾਸੀ? ਕਿਸ ਸੱਚਖੰਡ ਨੂੰ ਆਨੇ? ਤੂੰ ਕਦੇ ਸੱਚਖੰਡ ਗਿਆ? ਉਹ ਪਿੰਡ ਦੇ ਵਿੱਚ ਰਹਿੰਦੇ ਰਹਿੰਦੇ ਚੇਤਨਾ ਜਾਗਦੀ, ਸੱਚਖੰਡ ਦੀਆਂ ਗੱਲਾਂ ਸੁਣਾਉਣਾ। ਫਿਰ ਬੋਲਦੇ ਉਹ ਮੁੜ ਕੇ ਆਇਆ ਜੀ।
ये तो शास्त्र आदे है। कोई अज तो परंपरा से सदियां तो लेके ਜਿਹੜੇ ਗਿਆਨੀ ਪੁਰਸ਼ ਸੀ, ਇਹ ਮੂੜਾਂ ਦੀ ਤਾਂ ਬਾਤ ਹੀ ਛੱਡੋ। ਗਿਆਨੀ ਪੁਰਸ਼ਾਂ ਦੇ ਵਿੱਚ ਨਾਨਕ ਜੀ ਮਹਾਰਾਜ ਤੋਂ ਕਬੀਰ, ਰਵਿਦਾਸ, ਅੰਗਦ, ਅਮਰਦੇਵ, ਗੁਰੂ ਗੋਬਿੰਦ ਸਿੰਘ, ਇਹ ਸਾਰੇ ਗਿਆਨੀ ਪੁਰਸ਼ਾਂ ਚ ਗਿਣੇ ਆ। ਤੇ 3 ਸਦੀਆਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਹੋ ਗਈਆਂ। ਇਸ ਤੋਂ 4-4, 5-5 ਸਦੀਆਂ ਹੋ ਗਈਆਂ। ਉਹ ਮੁੜੇ ਕਿਉਂ ਨਹੀਂ ਗਏ? ਗੱਲ ਕੀ ਹੈ? ਉਹ ਸਿੱਖ ਸੰਗਤਾਂ ਵੀ ਛੱਡ ਕੇ ਗਏ ਆ। ਸਿੱਖ ਸੰਗਤਾਂ ਉਹਨਾਂ ਨੂੰ ਲੋਚਦੀਆਂ ਵੀ ਹੈ। ਤੇ ਫਿਰ ਕਾਹਤੋਂ ਨਹੀਂ ਮੁੜਦੇ? ਉਹ ਕਿਸ ਸਥਾਨ ਤੇ ਚਲੇ ਗਏ ਕਿ ਜਿੱਥੋਂ ਮੁੜ ਨਹੀਂ ਰਹੇ? ਅੱਛਾ, ਇਹ ਆਖਾਂਗੇ ਵੀ ਉਹ ਤਾਂ ਜੀ ਸੱਚਖੰਡ ਚਲੇ ਗਏ। ਫਿਰ ਸੱਚਖੰਡ ਚਲੇ ਗਏ, ਤੁਸੀਂ ਜਿਹੜੀ ਇੱਥੇ ਉਹਨਾਂ ਮੂਹਰੇ ਫਰਿਆਦ ਕਰਦੇ ਆ, ਪ੍ਰਿਥਵੀ ਝੂਠ ਖੰਡ ਹੈ, ਪਾਣੀ ਝੂਠ ਖੰਡ ਹੈ, ਅਗਨੀ ਝੂਠ ਖੰਡ ਹੈ। ਕਿਉਂ? ਇਹ ਖੰਡ ਖੰਡ ਟੁਕੜੇ ਆ, 5 ਟੁਕੜੇ ਆ। ਤੇ ਜਿਹੜਾ ਸੱਚਖੰਡ ਹੈ ਉਹਦਾ ਕੀ ਸਰੂਪ ਹੈ? ਜਿਹੜੇ ਸੱਚਖੰਡ ਵਾਸੇ ਉਹ ਕਿਵੇਂ ਹੈ? ਤਾਂ ਕਿਹਾ ਕਿ ਸੱਚਖੰਡ ਦਾ ਸਰੂਪ ਹੈ ਸੱਚਖੰਡ ਵਸੇ ਨਿਰੰਕਾਰ। ਉਹ ਨਿਰਾਕਾਰ ਸਰੂਪ ਹੈ ਸੱਚਖੰਡ। ਅੱਛਾ, ਗੁਰੂ ਲੋਕ ਤਾਂ ਭਾਈ ਸੱਚਖੰਡ ਚ ਜਾਣਗੇ, ਤੇ ਜਿਹੜੇ ਗੁਰੂ ਬਣੀਗੇ ਉਦਾਂ ਹੀ ਭੀੜਾਂ ਲੱਗੀਆਂ। ਇਹ ਵੀ ਤਾਂ ਦਿਨਾਂ ਪ੍ਰਤੀ ਕਿੰਨੇ ਸਰੀਰ ਪਾਤ ਹੋ ਰਹੇ। ਇਹ ਤਾਂ ਸੱਚਖੰਡ ਨਹੀਂ ਜਾਂਦੇ ਤੇ ਇਹ ਤਾਂ ਉੱਥੋਂ ਮੁੜਿਆ ਹੁਣ ਵੀ ਆਪਾਂ ਕਿਹੜਾ ਸੱਚਖੰਡ ਚ ਵੀ ਇੱਥੇ ਸੁੱਖ ਭੋਗ ਰਹੇ ਆ, ਤੇ ਤੁਸੀਂ ਤਾਂ ਪੁੱਠੇ ਮੁੜਿਆ। ਇਹ ਜਾਗਰਤ ਦੀਆਂ ਗੱਲਾਂ, ਜਾਗਰਤ ਦੇ ਪੰਡਾਲ ਭਰੇ, ਭੂਤ ਦੀਆਂ ਗੱਲਾਂ ਸੁਣਾਉਂਦੇ। ਸਭ ਭੂਤ ਹੋ ਗਏ, ਬੀਤ ਗਏ, ਯੁੱਗ ਬੀਤ ਗਏ, ਉਹਨਾਂ ਦੀਆਂ ਗੱਲਾਂ, ਸਦੀਆਂ ਬੀਤ ਗਈਆਂ ਉਹਨਾਂ ਦੀਆਂ ਗੱਲਾਂ। ਇਹ ਵਿਚਾਰੋ ਕਿ ਗੱਲਾਂ ਜਿਹੜਾ ਫੁਰਦੀਆਂ ਇਹ ਕੀ ਹੈ? ਇਹ ਕਿੱਥੇ ਫੁਰ ਰਹੀਆਂ ਇਹ ਗੱਲਾਂ? ਉਹ ਕੌਣ ਸਾ ਤੰਤਰ ਹੈ ਇਸ ਦੇਹ ਚ? ਇਹ ਤੰਤਰ ਦੇਹ ਦੇ ਵਿੱਚ ਹੈ ਕਿ ਦੇਹ ਉਹਦੇ ਵਿੱਚ ਹੈ? ਗੁਰੂਆਂ ਨੇ ਕਿਹਾ ਵਿਚਾਰੋ ਕਿ ਤਨ ਮੇ ਹਰ ਹੈ, ਹਰ ਮੇ ਤਨ ਹੈ। ਵੇਖੋ, ਇਹ ਤਨ ਜਿਹੜਾ ਹਰੀ ਦੇ ਅੰਤਰਗਤ ਹੈ ਕਿ ਹਰੀ ਇਹਦੇ ਵਿੱਚ ਹੈ? ਅਜੇ ਜਿਹੜੇ ਪੰਡਾਲਾਂ 'ਚ ਢੋਲਕੀਆਂ ਢੱਡਾਂ ਖੜਕਾਉਂਦੇ, ਤਬਲੇ ਖੜਕਾਉਂਦੇ, ਤੁਸੀਂ ਤਾਂ ਦੱਸੋ ਕਾਹਦੇ 'ਚ ਹੈ? ਤਨ ਮੇ ਹਰ ਹੈ, ਹਰ ਮੇ ਤਨ ਹੈ, ਬੁੱਝੋ ਬ੍ਰਹਮ ਗਿਆਨੀ। ਦੱਸੋ, ਜੇ ਕਿਸੇ ਨੇ ਦੱਸਿਆ ਹੋਵੇ ਇਹ 10-10 ਹਜ਼ਾਰ ਬੰਦਾ ਇਕੱਠਾ ਹੋਇਆ ਬੈਠਾ, ਇਹ ਤਾਂ ਕੁਛ ਜਾਣਨ ਹੀ ਆਇਆ ਵਿਚਾਰੇ। ਅੱਗੋਂ ਉਹ ਆ ਕਿ ਜਿਹੜੇ ਇਹਨਾਂ ਤੋਂ ਵੀ ਅਣਜਾਣ ਹੈ। ਜਦੋਂ ਅਣਜਾਣ ਹੈ, ਵੇਖੋ ਜਿਹੜਾ ਅਫਸਰ ਹੈ ਜਿਹਦੇ ਕੋਲੇ ਪਾਵਰ ਹੈ, ਪੁਲਿਸ ਅਫਸਰ ਹੈ, ਉਹਨਾਂ ਕੋਲੇ ਪਾਵਰ ਹੈ। ਪਾਵਰ ਹੋਣ ਕਰਕੇ ਪੁਲਿਸ ਅਫਸਰ ਸਿਵਲ ਲੀੜਿਆਂ 'ਚ ਬੈਠਾ ਹੋਇਆ, ਜੋ ਲਿਖਦਿਆ ਉਹ ਪਾਰ। ਤੇ ਜਿਨ੍ਹਾਂ ਕੋਲੇ ਪਾਵਰ ਹੈ ਨਹੀਂਗੀ, ਛੋਟੀ ਮੋਟੀ ਹੈ, ਉਹਨਾਂ ਨੂੰ ਵਰਦੀ ਪਾਉਣੀ ਪੈਂਦੀ ਹੈ। ਕਿਉਂ? ਜਿਹਦੇ ਕੋਲੇ ਪਾਵਰ ਹੈ ਉਹ ਬਿਨਾਂ ਵਰਦੀ ਤੋਂ ਉਹਦੀ ਪਾਵਰ ਚੱਲਦੀ, ਤੇ ਜਿਨ੍ਹਾਂ ਕੋਲੇ ਪਾਵਰ ਨਹੀਂ ਗੀ ਉਹਨਾਂ ਨੂੰ ਵਰਦੀ ਪਾ ਕੇ ਸਾਬਤ ਕਰਨਾ ਪੈਂਦਾ ਵੀ ਮੈਂ ਪੁਲਿਸਮੈਨ ਹਾਂ। ਇਸੇ ਤਰ੍ਹਾਂ ਜਿਹੜੇ ਪੰਡਾਲਾਂ 'ਚ ਜਿਨ੍ਹਾਂ ਕੋਲੇ ਪਾਵਰ ਨਹੀਂ, ਉਹ ਫਿਰ ਕੋਈ ਡਫੋਂਗ ਧਾਰ ਕੇ ਵੱਡੇ 1.5 ਫੁੱਟ ਦਾ ਸਿਰ ਤੋਂ ਉੱਚੇ ਬਣਾ ਕੇ ਵਿਲੱਖਣ ਲੀੜੇ ਪਾ ਕੇ ਵਿਖਾਉਂਦੇ ਆ ਵੀ ਪਾਵਰ ਤਾਂ ਮੇਰੇ ਕੋਲੇ ਹੈ ਨਹੀਂ। ਇਹਦੇ ਨਾਲ ਭਰਮਾ ਲਓ।
ਓਏ ਐ ਫਰਮਾਉਣ ਨਾਲ ਕੁਛ ਨਹੀਂ ਹੋਣੇ ਵਾਲਾ, ਐ ਫਰਮਾਉਣ ਨਾਲ ਕੁਛ ਨਹੀਂ ਹੋਣੇ ਵਾਲਾ। ਜਿਹਦੇ ਕੋਲੇ ਪਾਵਰ ਹੈ ਉਹ ਘਰੇ ਬੈਠਾ, ਥਾਣੇ ਵੀ ਨਹੀਂ ਜਾਂਦਾ, ਅਫਸਰ ਉੱਥੇ ਬੈਠਾ, ਉਹਦੀ ਪਾਵਰ ਕੰਮ ਕਰਦੀ ਹੈ। ਤੇ ਤੁਹਾਡੇ ਡਫੂੰਗ ਹੈ ਜਿਹੜੇ, ਇਹ ਪਾਵਰ ਨਹੀਂ ਤੁਹਾਡੇ ਕੋਲੇ, ਲੋਕਾਂ ਨੂੰ ਰਿਝਾਉਣੇ ਵੀ ਇਹਦੇ ਤਾਂ 2 ਫੁੱਟ ਉੱਚਾ ਹੈ ਸਿਰ ਤੋਂ ਕੁਛ ਵੱਧਾ, ਇਹਦੇ ਕੋਲੇ ਪਾਵਰ ਹੋਊਗੀ, ਇਹਦੇ ਕੋਲੇ ਇਹ ਹੈਗਾ। ਛੱਡੋ ਇਹਨਾਂ ਗੱਲਾਂ ਦਾ, ਤੈਨੂੰ ਖੁਦ ਨੂੰ ਨਹੀਂ ਪਤਾ ਵੀ ਮੇਰੇ ਕੋਲੇ ਕੁਛ ਨਹੀਂ। ਡਬਲ ਪਾਪ ਕਰ ਰਿਹਾ। ਇੱਕ ਤਾਂ ਪਹਿਲਾ ਪਾਪ ਕਿ ਤੈਨੂੰ ਵੰਸ਼ਤ ਰਹਿ ਗਿਆ ਨਾ ਗਿਆਨ ਤੋਂ, ਅਵਿਦਿਆ ਦੂਰ ਨਹੀਂ ਹੋਈ, ਇੰਦਰੀਆਂ ਕਾਬੂ ਨਹੀਂ ਹੋਈਆਂ, ਸਮਦਮ ਸਾਧਨਾ ਤੋਂ ਵੰਸ਼ਤ ਹੈ। ਇੱਕ ਹੋਰ ਝੂਠ ਮਾਰ ਕੇ ਪਾਵਰਵਾਨ ਬਣ ਕੇ ਫੂੰ ਫੂੰ ਕਰਕੇ ਬਹਿਣਾ 10,000 ਬੰਦਿਆਂ 'ਚ, ਇਹਨਾਂ ਨਾਲ ਧੋਖਾ ਕਰ ਰਹੇ ਆ। ਧੋਖਾ ਨਾ ਕਰੋ। ਗੁਰੂਆਂ ਨੇ ਬਾਣੀ ਜੋ ਕਹੀ ਹੈ, ਕਿਸੇ ਤੋਂ ਪਹਿਲਾਂ ਸਿੱਖੋ। ਅੱਛਾ, ਕੀ ਬਾਣੀ ਆਦੀ ਉਹ ਮੈਂ ਤੁਹਾਨੂੰ ਦੱਸਣਾ ਸੀ, ਉਹ ਪਿੱਛੇ ਰਹਿ ਗਿਆ। ਵੀ ਜਿਹੜੇ ਕਾਫੂਸ ਹੈ ਇਹਦੇ ਵਿੱਚ ਬੰਦੇ ਵੇਖੇ ਕਿਸੇ ਨੇ? ਪਾਣੀ ਵਾਲੀ ਦਾਲ ਸਬਜ਼ੀ ਦੇ ਵਿੱਚ ਜੇਬ ਤੇ ਨਾ ਲਾਈਏ, ਕਿਸੇ ਨੂੰ ਦੀਦਾ ਲੂਣ, ਕਿਸੇ ਨੂੰ ਦੀਦੀ ਮਿਰਚ। ਉਹ ਜਦੋਂ ਟਿਕਾਣੇ ਤੇ ਜਾਂਦੀ ਦੱਸਦੀ ਹੈ ਵੀ ਮਿਰਚ ਹੈ, ਸਲੂਣਾ ਹੈ, ਸਭ ਕੁਛ। ਇਹ ਘਾਹ ਫੂਸ ਹੈ ਜਿਹੜਾ ਜਦੋਂ ਟਿਕਾਣੇ ਤੇ ਜਾਏਗਾ ਉਦੋਂ ਪਤਾ ਲੱਗਣਾ ਕਿ ਵੀ ਇਹਦੇ ਵਿੱਚ ਮਨੁੱਖ ਵੀ ਘਾਹ ਫੂਸ ਚੋਂ ਹੀ ਨਿਕਲਦੇ ਆ ਜੀ। ਉਹ ਆ ਗਿਆ ਮੁੜ ਕੇ। ਕਿਸੇ ਗ੍ਰੰਥ ਨੇ ਕਿਹਾ ਹੋਵੇ ਵੀ ਜਿਹੜਾ ਮੁੜ ਕੇ ਆਇਆ। ਪਹਿਲੀ ਤਾਂ ਬਾਤ ਹੈ ਕਿ ਜਿਹੜਾ ਪਰਿਵਾਰ ਦੇ ਵਿੱਚੋਂ ਬੱਚਿਆਂ ਦੇ ਮੋਹ ਗ੍ਰਸਤ ਇੱਕ ਛਿਨ ਪਰੇ ਨਹੀਂ ਸੀ ਹੁੰਦਾ, ਉਹਦਾ ਸਰੀਰ ਵੀ ਪਾਤ ਹੋ ਗਿਆ। ਜੇ ਆਉਣ ਦੀ ਉਹਦੇ ਕੋਲੇ ਪਹੁੰਚ ਹੋਵੇ ਤਾਂ ਉਹ ਤਾਂ ਮਰ ਕੱਲ ਨੂੰ ਹੀ ਮੁੜੇ ਆਉਂਦਾ ਦਵਾ ਦਵਾ, ਯਾਰ ਮੇਰੇ ਬੱਚੇ ਪੋਤੇ ਪੋਤੀਆਂ ਇੰਨਾ ਮੇਰਾ ਪਿਆਰ ਕਰਦੇ ਤੇ ਮੈਂ ਰਹਿ ਨਹੀਂ ਸਕਦਾ, ਤੇ ਮੁੜੇ ਆਵੇ। ਇਹ ਤਾਂ ਵਿਚਾਰੋ, ਜਦੋਂ ਆ ਦੇਹ ਪਾਤ ਹੋ ਗਈ, ਇਹ ਤਾਂ ਤੁਸੀਂ ਸਾਹਮਣੇ ਰਾਖ ਬਣਾਤਾ। ਇਹੀ ਹੈ ਸਭ ਕੁਛ ਕਿ ਕੁਛ ਹੋਰ ਵੀ ਹੈ ਵਿੱਚ। ਅੱਛਾ, ਜੇ ਹੋਰ ਹੈ ਤਾਂ ਉਹ ਕੀ ਹੈ ਔਰ ਕਿਵੇਂ ਜਾਣਿਆ ਉਹਨੂੰ? ਕਿਹਦੇ ਚੋਂ ਨਿਕਲਿਆ ਸੀ ਤੇ ਕਿਸ ਚ ਜਾ ਕੇ ਸਮਾਊਗਾ? ਆ ਤਾਂ ਇੱਥੇ ਧਰਤੀ ਚ ਸਮਾ ਗਿਆ। आखे माटी में माटी मिली ते पवन में मिल गई पवन। मिलकी ਜਿਹੜੀ ਬਾਹਰ ਵਾਜੂ ਚੱਲਦੀ ਹੈ, ਇਸ ਦੇਹ ਦੇ ਅੰਦਰ ਉਹੋ ਹੀ ਪ੍ਰਾਣ ਹੈ। ਜਿਹੜੀ ਬਾਹਰ ਅਗਨੀ ਹੈ ਉਹੋ ਹੀ ਇਹਦੇ ਅੰਦਰ ਗਰਮਾਇਸ਼ ਹੈ। ਜਿਹੜਾ ਬਾਹਰ ਪੁਲਾੜ ਹੈ ਉਹੋ ਹੀ ਇਸ ਦੇਹ ਦੇ ਵਿੱਚ ਪੁਲਾੜ ਹੈ। ਜਿਹੜੇ ਬਾਹਰ ਸਮੁੰਦਰ ਹੈ ਇਹ ਇਸ ਸਰੀਰ ਦੇ ਵਿੱਚ ਪਾਣੀ ਹੈ। ਜਿਹੜੀ ਐਡੀ ਵੱਡੀ ਧਰਤੀ ਵਿਆਪਕ ਮਿੱਟੀ ਪਈ ਉਹੋ ਹੀ ਇਸ ਸਰੀਰ ਦੇ ਵਿੱਚ ਮਿੱਟੀ ਹੈ। ਤੇ ਇਹ ਜਦੋਂ ਸਰੀਰ ਪਾਤ ਹੋ ਜਾਂਦਾ ਇਹ ਫੇਰ ਇਹਨਾਂ ਚ ਮਿਲਦਾ, ਹੁਣ ਨਹੀਂ ਮਿਲਿਆ। 1 ਮਿੰਟ ਵਾਯੂ ਤੋਂ ਬਿਨਾਂ ਇਹ ਰਹਿ ਨਹੀਂ ਸਕਦਾ। ਵਾਯੂ ਚ ਵਾਯੂ ਮਿਲੀ ਹੋਈ ਆ। 1 ਮਿੰਟ ਦਾਲੇ ਪਦਾਲੇ ਅਗਨੀ ਦੇ ਸਮੁੰਦਰ ਚੱਲ ਰਹੇ, ਜਲ ਦੇ ਸਮੁੰਦਰ ਚੱਲ ਰਹੇ, ਵਾਯੂ ਦੇ ਸਮੁੰਦਰ ਚੱਲ ਰਹੇ ਹੈ। ਤੇ ਇਹ ਸਮੁੰਦਰਾਂ ਦੇ ਵਿੱਚ ਡੁੱਬਿਆ ਹੋਇਆ। ਇਹਨੇ ਮਰ ਕੇ ਕਿਹੜੇ ਹੋ ਬਈ 5 ਤੱਤਾਂ ਚ ਮਿਲ ਗਿਆ। 5 ਤੱਤ ਕਿਸ ਨੂੰ ਕਹਿੰਦੇ ਹੋ? ਗੁਰੂਆਂ ਨੇ ਕਿਹਾ 5 ਤੱਤ ਮਿਲ ਕਾਇਆ ਕੀਨੀ। ਅੱਛਾ, 5ਵੇਂ ਤੱਤ ਕਾਇਆ ਕਿਵੇਂ ਕਰਤੀ? ਜਿਵੇਂ ਲਿਖਿਆ ਸੀ ਦਾਣੇ ਤੇ ਚੱਕੀ ਚ ਪਾਤੇ ਤੇ ਆਟੇ ਦਾ ਗੱਟਾ ਭਰ ਲਿਆ ਆ, ਐਂ ਇਕੱਠਾ ਹੋ ਗਏ 5 ਤੱਤ ਕਿਵੇਂ ਹੋਏ?
ਸਾਡੇ ਕੋਲੇ ਏਡੇ ਏਡੇ ਵੱਡਾ ਦਰਸ਼ਨ ਗੁਰਬਾਣੀ, ਗੀਤਾ, ਭਾਗਵਤ, ਉਪਨਿਸ਼ਦ, ਬ੍ਰਹਮ ਸੂਤਰ, ਤੇ ਇਹ ਕਿਸੇ ਥੋੜਿਆਂ ਨੂੰ ਪਤਾ ਹੈ। ਜੇ 100 ਚੋਂ 2 ਨੂੰ ਪਤਾ ਵੀ ਹੈ ਤਾਂ ਕੀ ਮਹੱਤ ਰੱਖਦਾ? ਕਿਵੇਂ ਕੀਤੀ ਹੈ? ਇਹ ਗੁਰਬਾਣੀ ਵਾਲਿਆਂ ਦਾ ਅਧਿਕਾਰ ਹੈ, ਕਿਉਂਕਿ ਇਹ ਗੁਰਬਾਣੀ ਬੋਲਦੀ। 5 ਤੱਤ ਮਿਲ ਕਾਇਆ ਕੀਨੀ, 3 ਮਹੀਨਾ ਰਾਮ ਰਤਨ ਲਿਓ ਚੀਨੀ। ਕਿੰਨੇ ਆ ਜਿਨ੍ਹਾਂ ਨੇ ਰਾਮ ਰਤਨ ਨੂੰ ਚੀਨਿਆ? ਕਿੰਨਿਆਂ ਨੇ ਜਾਣਿਆ ਵੀ ਇਹ ਕਾਵਾਂ ਕਾਇਆ ਕੀਤੀ ਕਿਵੇਂ ਹੋਈ ਹੈ? ਤਾਂ ਫੇਰ ਗਿਆਨ ਦੇ ਵਿੱਚ ਤੁਸੀਂ ਸਮਝਦੇ ਆ ਵੀ ਅਸੀਂ ਗਿਆਨ ਲਿਆ, ਗ੍ਰੰਥ ਸਾਹਿਬ ਨੂੰ ਚੱਕ ਲਿਆ, ਇੱਥੇ ਚੌਰ ਕਰ ਲਿਆ। ਇੱਕ ਕੱਲ ਪੰਡਾਲ ਜੇ ਚ ਵੇਖਿਆ ਮੂੰਹ ਬੱਧਾ। ਓਏ ਪਹਿਲੇ ਇਹ ਤੁਹਾਡੀਆਂ ਅੱਖਾਂ ਖੋਲਦਾ ਹੈ, ਤੁਹਾਡੇ ਮੂੰਹ ਖੋਲਦਾ ਹੈ। ਤੁਸੀਂ ਅੱਖਾਂ ਵੀ ਬੰਦ ਕਰਦੇ ਔਰ ਮੂੰਹ ਵੀ ਬੰਦ ਕਰਦੇ। ਇਹਦੇ ਮਹੱਤ ਨੂੰ ਨਹੀਂ ਸਮਝਦੇ ਕੀ ਹੈ। ਕਿਸ ਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਤੁਸੀਂ? ਭਾਰ ਨੂੰ, ਸਥੂਲ ਪੱਤਰਿਆਂ ਨੂੰ, ਸ਼ਾਹੀ ਨੂੰ, ਜਿਲਤ ਨੂੰ, ਕਿਸ ਨੂੰ ਕਹਿੰਦੇ ਆ? ਤਾਂ ਅਸੀਂ ਕਹਿਤਾ ਉਹਨਾਂ ਦੇ ਮਹੱਤ ਨੂੰ ਜਾਣੋ ਜਿਨ੍ਹਾਂ ਨੇ ਇਹਨਾਂ ਨੇ ਕਿਹਾ ਕਿ ਗੁਰੂ ਕੀ ਦੇ। ਸਾਨੂੰ ਇਹਨੂੰ ਜਾਣਨਾ, ਕਹਿਣ ਤੋਂ ਪਹਿਲਾਂ ਜਾਣਨਾ ਜ਼ਰੂਰੀ ਹੈ ਵੀ ਇੱਕ ਪ੍ਰਗਟ ਗੁਰਾਂ ਕੀ ਦੇ। ਅੱਛਾ, ਦੇਹ ਦੇ ਸਰੀਰ ਇੱਕ ਹੈ, ਉੱਪਰ ਸਿਰ ਹੈ, ਮੱਧ में उदर है, नीचे पाँव है। ਇਹ ਸਰੀਰ ਹੈ ਹਰੇਕ ਦਾ। ਇਹ ਗੁਰੂ ਦਾ ਸਰੀਰ ਹੈ ਤਾਂ ਇਹਦਾ ਸਿਰ ਕਿਹੜਾ ਹੈ, ਇਹਦਾ ਮੱਧ ਭਾਗ ਕਿਹੜਾ ਤੇ ਇਹਦੇ ਪਾँव ਕਿਹੜੇ ਆ? ਔਰ ਬਤਾਓ। ਸਿੱਖੋ ਕਿਸੇ ਤੋਂ। ਜਿਨ੍ਹਾਂ ਨੇ ਕਿਹਾ ਪ੍ਰਗਟ ਗੁਰਾਂ ਕੀ ਦੇ, ਉਹਨਾਂ ਨੇ ਕੁਛ ਜਾਣ ਕੇ ਕਿਹਾ ਤੇ ਤੁਸੀਂ ਜਾਣ ਤੋਂ ਬਿਨਾਂ ਹੀ ਫੁੱਲੇ ਫਿਰਦੇ ਆ। ਕੀ ਹੈ ਇਹਦੇ ਚ? ਇਹਦਾ ਪੈਰ ਕਿਹੜੇ ਆ, ਉਧਰ ਕਿਹੜਾ ਹੈ ਤੇ ਸੀਸ ਕਿਹੜਾ? ਜੇ ਪ੍ਰਗਟ ਗੁਰਾਂ ਕੀ ਦੇ ਹੈ ਤਾਂ ਇਹ ਹੈਗਾ। ਜਿਨ੍ਹਾਂ ਨੇ ਕਿਹਾ ਹੈ ਉਹਨਾਂ ਨੇ ਅਨੁਭਵ ਕਰਕੇ ਕਿਹਾ ਤੇ ਤੁਸੀਂ ਅਨੁਮਾਨ ਨਹੀਂ ਕਹਿੰਦੇ। ਅਨੁਮਾਨ ਨੂੰ ਕੋਈ ਥਾਂ ਨਹੀਂ। ਬਾਣੀ ਅਨੁਮਾਨ ਵਾਲਿਆਂ ਨੂੰ ਕੋਈ ਮਹੱਤ ਨਹੀਂ ਦਿੰਦੀ, ਅਨੁਭਵ ਵਾਲਿਆਂ ਨੂੰ ਦਿੰਦੀ ਹੈ। ਅਨੁਮਾਨ ਲਾ ਲਿਆ। ਸੋ ਇਹ ਹੈ ਵੀ ਜਿਹਨੇ ਗੁਰਬਾਣੀ ਚੋਂ ਕੁਛ ਨਹੀਂ ਪਾਇਆ ਉਹ ਆਸਾਂ ਛੱਡ ਦੇ। ਇਹ 4 ਦਿਨ ਦੀ ਚੌਧਰ ਮੌਜ ਮੇਲਾ ਕਰ ਲਾ ਇੱਥੇ, ਫੇਰ ਅਗਲੀ ਮੰਜ਼ਿਲ ਦਾ ਨਹੀਂ ਪਤਾ। ਇੱਥੋਂ ਦੀ ਧਰਤੀ ਤੇ ਘੁੰਮਦਾ ਹੈ। ਕਿਉਂ? ਅੱਗੇ ਸੁਪਨ ਦਾ ਪਤਾ ਜਗਤ ਕਿਹੜਾ ਹੈ, ਨਿੰਦਰਾ ਦਾ ਪਤਾ ਹੈ, ਮੁਰਸ਼ਿਦਾ ਦਾ ਕੀ ਸਰੂਪ ਹੈ, ਸਮਾਧੀ ਦਾ ਕੀ ਸਰੂਪ ਹੈ, ਮਿਰਤੂ ਦਾ ਕੀ ਸਰੂਪ ਹੈ, ਅਵਿਦਿਆ ਜਿਹੜੀ ਕੋਟ ਕਰੀ ਬੈਠੀ ਆਸੇ ਪਾਸੇ ਇਹਦਾ ਕੀ ਸਰੂਪ ਹੈ, ਔਰ ਗਿਆਨ ਦਾ ਕੀ ਸਰੂਪ ਹੈ। ਤੇ ਫੇਰ ਹੋਏਗਾ ਓਏ ਤੁਹਾਡੇ ਕੋਲੇ ਇਹ ਸਾਰੀਆਂ ਬਾਤਾਂ ਗੁਰਬਾਣੀ ਬਤਾਉਣ ਵਾਸਤੇ ਹਾਜ਼ਰ ਬੈਠੀ ਹੈ। ਇਹ ਸਮਝ ਲਿਆ, ਅੰਮ੍ਰਿਤ ਛਕ ਲਿਆ। ਅੱਛਾ, ਅੰਮ੍ਰਿਤ ਛਕ ਲਿਆ, ਚੰਗਾ ਹੋ ਗਿਆ। ਹੁਣ ਤੈਨੂੰ ਗੁਰਬਾਣੀ ਦਾ ਪਤਾ ਲੱਗ ਗਿਆ ਕੀ ਆਦੀ ਹੈ। ਜਿਸ ਨੂੰ ਇਹਨੂੰ ਕਿਹਾ ਸੀਗਾ ਗੁਰਬਾਣੀ ਨੇ ਇਹ ਹਰ ਮੰਦਰ ਇਹ ਸਰੀਰ ਹੈ, ਇਹ ਗੁਰੂ ਬੋਲਦੇ ਆ। ਹੁਣ ਪਤਾ ਲੱਗ ਗਿਆ ਕਿ ਵੀ ਇਹਦੇ ਵਿੱਚ ਹਰੀ ਰਹਿੰਦਾ। ਕਿੱਥੇ ਰਹਿੰਦਾ ਹਰੀ? ਗੁਰੂਆਂ ਨੇ ਕਿਹਾ ਵਿਚਾਰੋ ਕਿ ਇਹ ਬਾਡੀ ਹੈ, ਦੇਹ ਹੈ ਜਿਹੜੀ, ਇਹ ਹਰੀ ਚ ਕਿ ਹਰੀ ਇਹਦੇ ਚ? ਕਿ ਤਨ में हर है, हर में तन है। क्या है? बुझो ब्रह्म ज्ञानी
ਬ੍ਰਹਮ ਗਿਆਨੀਆਂ ਤੋਂ ਬਗੈਰ ਪਤਾ ਨਹੀਂ ਲੱਗਣਾ, ਬੁੱਝੋ। ਤਾਂ ਅੱਗੇ ਹੋਏਗਾ ਬ੍ਰਹਮ ਗਿਆਨੀ। ਜੇ ਬ੍ਰਹਮ ਗਿਆਨੀ ਤਾਂ ਹੋ ਹਟੇ, ਬ੍ਰਹਮ ਗਿਆਨੀ ਤਾਂ ਹੋ ਹਟੇ, ਹੁਣ ਤਾਂ ਕੋਈ ਹੈ ਹੀ ਨਹੀਂ। ਇਹ ਹੈ ਕਿ ਗੁਰਬਾਣੀ ਦੀ ਤੁਸੀਂ ਸਮਰੱਥਾ ਨੂੰ ਅਸਫਲ ਕਰ ਰਹੇ ਆ। ਜਿਵੇਂ ਕਹਿ ਦਈਏ ਵੀ ਜੀ ਮਿੱਠਾ ਤਾਂ ਹੈ ਨਹੀਂਗਾ, ਉਹੀ ਫੋਕੀ ਚਾਹ। ਜੇ ਚਾਹ 'ਚ ਮਿੱਠਾ ਨਹੀਂ ਤਾਂ ਮਿੱਠੇ ਦੀ ਮਹਿਮਾ ਨੂੰ ਅਸਫਲ ਕਰ ਰਹੇ। ਜੇ ਗੁਰਬਾਣੀ ਗਾਂ ਬ੍ਰਹਮ ਗਿਆਨੀ ਨਹੀਂ ਬਣਾ ਸਕਦੇ, ਇਹਦੀ ਪਾਵਰ ਨੂੰ ਤੁਸੀਂ ਅਸਫਲ ਕਰਨ ਲੱਗੇ। ਉਹ ਤਾਂ ਜੀ ਹੋ ਹਟੇ, ਹੁਣ ਹੈ ਨਹੀਂ ਕੋਈ। ਜੇ ਬਾਣੀ ਤੋਂ ਹੁਣ ਬ੍ਰਹਮ ਗਿਆਨੀ ਨਹੀਂ ਹੋਇਆ ਤਾਂ ਫਿਰ ਬਾਣੀ 'ਚ ਕੀ ਹੈ? ਇਹਦੇ 'ਚ ਸਭ ਕੁਛ ਹੈ। ਤੁਸੀਂ ਖੋਜ ਨਹੀਂ ਕਰਦੇ, ਤੁਸੀਂ ਪ੍ਰਯਾਸ ਨਹੀਂ ਕਰਦੇ, ਤੁਸੀਂ ਸਿਰਫ ਐਸ਼ ਭੋਗਣੀ ਚਾਹੁੰਦੇ। ਤਾਂ ਉਹ ਮਾਇ ਕੋ ਬੰਦ ਜੇ ਚੁੱਕਿਆ ਵੀ ਆਖੇ ਬਾਣੀ 'ਚ ਦਵੈਸ਼ ਹੈ ਨਹੀਂ। ਬਾਣੀ 'ਚ ਦਵੈਸ਼ ਹੈ। ਜਦੋਂ ਬਾਣੀ ਦੇ ਆਸਰੇ ਲੜ ਲੱਗ ਗਿਆ, ਉਹ ਬਾਣੀ ਦੇ ਲੜ ਲੱਗੋ ਮੁੜ ਮੁੜ ਕੇ ਲੱਗੋ। ਤਾਂ ਜਿਸ ਬਾਣੀ ਦੇ ਲੜ ਲੱਗੇ, ਇਹਦੇ 'ਚ ਦਵੈਸ਼ ਹੈ। ਤੇ ਦੋ ਹੀ ਬਾਤਾਂ ਕਿ ਬਾਣੀ 'ਚ ਦਵੈਸ਼ ਹੈ ਨਹੀਂ ਤੇ ਭਾਈਆਂ 'ਚ ਨਹੀਂ ਐਸ਼ ਹੈ ਨਹੀਂ। ਇਹ ਐਸ਼ 'ਚ ਡੁੱਬ ਗਏ ਸਾਰੇ। ਇਹ ਐਸ਼ 'ਚ ਡੁੱਬਣ ਵਾਸਤੇ ਨਹੀਂ ਸੀਗੀ। ਇਹ 4 ਦਿਨਾਂ ਦੀ ਐਸ਼ ਦੇ ਮਾਰੇ ਕਲਪ ਬੀਤ ਜਾਣਗੇ। ਗੁਰੂਆਂ ਨੇ ਬਾਣੀ 'ਚ ਨਹੀਂ ਆਖਿਆ ਕਿ ਤੜੀਆਂ ਜੁਗ ਬੀਤ ਗਏ, ਏਕਤ ਪਿਆ ਪਾ। ਤੈਨੂੰ ਕੌਣ ਹਲਾਏਗਾ? ਜੁਗ ਬੀਤ ਜਾਣਗੇ, ਕਲਪ ਬੀਤ ਜਾਣਗੇ, ਉਹਦੀ ਕੋਈ ਚਿੰਤਾ ਨਹੀਂ। ਇੱਥੇ ਹੀ 4 ਦਿਨ ਦੀ ਮਹਿਮਾ। ਫਿਰ ਸ਼ਾਮ ਨੂੰ ਕੀ ਬਣਾਉਣਾ, ਸਵੇਰੇ ਕੀ ਬਣਾਉਣਾ, ਆਹ ਕਰਨਾ ਖਾਣ 'ਚ। ਘਰ ਬਣਾਉਣਾ ਹੁਣ ਨਵਾਂ ਬਣਾਉਣ ਲੱਗੇ ਆ, ਬਾਈ ਬਣਾ ਲਓ ਭਾਈ ਨਵਾਂ। ਇਹ ਰੋਟੀ ਕੱਪੜਾ ਮਕਾਨ, ਇਹ ਸਰਕਾਰ ਨੂੰ ਡੁੱਬਣਾ ਚਾਹੀਦਾ। ਰੋਟੀ ਕੱਪੜਾ ਮਕਾਨ, ਇਹ ਸਮਾਜ ਸੇਵਕੀਆਂ ਨੂੰ ਇਧਰ ਡੁੱਬਣਾ ਚਾਹੀਦਾ। ਰੋਟੀ ਕੱਪੜਾ ਮਕਾਨ, ਇਹ ਗ੍ਰਸਤੀ ਨੂੰ ਇਧਰ ਡੁੱਬਣਾ ਚਾਹੀਦਾ। ਵਿਵਸਥਾ ਕਰਨੀ ਚਾਹੀਦੀ। ਇਹ ਸੇਠ ਕੋਈ ਮਜ਼ਦੂਰ ਕੋਈ, ਇਹ ਸਾਰਾ ਰੋਟੀ ਕੱਪੜਾ ਮਕਾਨ 'ਚ ਡੁੱਬਿਆ ਹੋਇਆ। ਇਦੋਂ ਅੱਗੇ ਇਹਦਾ ਕੋਈ ਲਕਸ਼ ਨਹੀਂ। ਕਿ ਕਿਸੇ ਨੂੰ ਪੁੱਛ ਲਓ ਕੀ ਲਕਸ਼ ਹੈ ਜੀਵਨ ਦਾ? ਵੀ ਚੰਗੇ ਲੀੜੇ ਪਾਈਏ, ਲਾਈਏ, ਨਵੇਂ ਪਾਈਏ, ਵਧੀਆ ਵਧੀਆ ਰੋਟੀਆਂ ਖਾਈਏ, ਚੰਗੇ ਚੰਗੇ ਪਕਵਾਨ, ਤੇ ਵਧੀਆ ਹਵੇਲੀ 'ਚ ਰਹੀਏ। ਇਦੋਂ ਅੱਗੇ ਵੀ ਕੋਈ ਲਕਸ਼ ਹੈ? ਤਾਂ ਇਹ ਸਾਰਿਆਂ ਦਾ ਰੋਟੀ ਕੱਪੜਾ ਮਕਾਨ ਮੇ ਹੈ। ਜੇ ਸਰਕਾਰ ਇਸ ਗੱਲ 'ਚ ਨਾ ਡੁੱਬੇ ਤਾਂ ਦੁਨੀਆ ਤਕਲੀਫ ਉਠਾਵੇ। ਜੇ ਸਮਾਜ ਸੇਵੀ ਇਸ ਗੱਲ 'ਚ ਨਾ ਲੱਗਣ ਤਾਂ ਲੋਕ ਤਕਲੀਫ ਉਠਾਉਣ। ਜੇ ਅੰਨਦਾਨ ਕਿਸਾਨ ਇਸ ਗੱਲ 'ਚ ਨਾ ਲੱਗਣ ਤਾਂ ਲੋਕ ਭੁੱਖੇ ਮਰ ਜਾਣ। ਵਪਾਰੀ ਦੂਰੋਂ ਆਦਾਨ ਪ੍ਰਦਾਨ ਕਰਕੇ ਵਸਤੂਆਂ ਨਾ ਲਿਆਉਣ ਤਾਂ ਲੋਕਾਂ ਨੂੰ ਤਕਲੀਫ ਹੋਵੇ। ਇਹਨਾਂ ਨੂੰ ਰੋਟੀ ਕੱਪੜਾ ਮਕਾਨ 'ਚ ਲੱਗਣਾ ਹੀ ਬਣਦਾ ਹੈ। ਪਰ ਜਿਹੜੇ ਪਰਮਾਰਥ 'ਚ ਲੱਗੇ, ਤੁਸੀਂ ਵੀ ਰੋਟੀ ਕੱਪੜਾ ਮਕਾਨ 'ਚ ਹੀ ਲੱਗੇ। ਕੋਈ ਗੁਰਦੁਆਰਾ ਰੋਟੀ ਕੱਪੜਾ ਮਕਾਨ, ਕੋਈ ਮੰਦਿਰ ਹੈ ਰੋਟੀ ਕੱਪੜਾ ਮਕਾਨ, ਕੋਈ ਆਸ਼ਰਮ ਹੈ ਰੋਟੀ ਕੱਪੜਾ ਮਕਾਨ। ਇਹਦੇ 'ਚ ਤਾਂ ਸਾਰਾ ਸੰਸਾਰ ਲੱਗਿਆ। ਤੁਸੀਂ ਪਰਮਾਰਥ ਦਾ ਵਿੱਚੋਂ ਪਰਮਾਰਥ 'ਚ ਹੈ, ਤੁਸੀਂ ਸਾਰਾ ਕੁਝ ਰੋਕਿਆ। ਪਰਮਾਰਥੀ ਲੋਕ ਨਿਆਰੇ ਐ, ਸੰਸਾਰੀ ਲੋਕ ਨਿਆਰੇ ਐ। ਪਰਸ ਪਰਸ ਬੰਦਾ, ਉਹ ਪਰਮਾਰਥੀ ਲੋਕਾਂ ਦੀ ਸਹਾਇਤਾ ਕਰਦੇ ਐ, ਅੰਨਦਾਨਾ ਦਿੰਦੇ ਐ, ਕੋਈ ਰਹਿਣ ਲਈ ਨਿਵਾਸ ਮਕਾਨ ਦਿੰਦੇ ਐ। ਤੇ ਤੁਸੀਂ ਉਹਨਾਂ ਨੂੰ ਕੀ ਦਿੰਦੇ? ਤੁਸੀਂ ਜਿਸ ਲਈ ਸੀ ਕਿ ਉਹਨਾਂ ਨੂੰ ਦਿਓ ਤੱਤਵ ਗਿਆਨ।
ਫੋਕੀਆਂ ਹੀ ਉਹਨਾਂ ਦੀਆਂ ਸਹੂਲਤਾਂ ਸੰਸਾਰੀਆਂ ਤੋਂ ਲੈ ਕੇ ਅੰਸ਼ਾਂ ਭੋਗ ਰਹੇ। ਤੁਸੀਂ ਕੀ ਦਿੰਨੇ ਆ? ਉਹ ਤਾਂ ਤੁਹਾਨੂੰ ਸਭ ਕੁਝ ਦਿੰਦੇ, ਦਾਣੇ ਦਿੰਦੇ, ਬੋਰੀਆਂ ਗੁਰਦੁਆਰਿਆਂ ਮੰਦਿਰਾਂ 'ਚ ਦਿੰਦੇ, ਉਹਨਾਂ ਦਾ ਬਣਿਆ ਹੱਕ ਦਿੰਦੇ ਆ, ਉਹ ਦਿੰਦੇ ਆ। ਸਰਕਾਰ ਕਿੰਨਾ ਮੋਦੀ ਨੇ ਲੋਕਾਂ ਨੂੰ ਅੰਨਦਾਣਾ ਵੰਡਿਆ ਜਦੋਂ ਦੇਸ਼ ਤੇ ਵਿਪਤਾ ਸੀ ਕਰੋਨਾ ਦੀ, ਉਹਨਾਂ ਦਾ ਹੱਕ ਹੈ, ਉਹ ਦਿੰਦੇ ਆ। ਜਥਾ ਸਖਤ ਪੰਜਾਬ ਸਰਕਾਰ, ਦੂਜੀਆਂ ਸਰਕਾਰਾਂ ਸਭ ਨੇ ਦਿੱਤਾ। ਜਿਹੜੇ ਸਹਿੰਦੇ ਪੁੱਜਦੇ ਸੀ ਸਮਾਜ ਸੇਵੀਆਂ ਨੇ ਵੀ ਲੋਕਾਂ ਨੂੰ ਦਿੱਤਾ। ਬਾਤ ਤਾਂ ਇਹ ਹੈ ਕਿ ਸਾਰੇ ਆਪਣੇ ਅਧਿਕਾਰ ਤੇ ਸਹੀ ਬੈਠੇ, ਤੇ ਜਿਹੜੇ ਪਰਮਾਰਥ ਵਾਲੇ ਆ ਤੁਸੀਂ ਕੀ ਦਿੰਨੇ ਇਹਨਾਂ ਨੂੰ? ਇਹ ਬਤਾਓ। ਤੁਸੀਂ ਭਲੇਖੇ ਦਿੰਨੇ ਇਹਨਾਂ ਨੂੰ, ਝੂਠ ਬੋਲ ਕੇ ਭਲੇਖਿਆਂ 'ਚ ਪਾ ਰਹੇ ਆ। ਇਹ ਤਾਂ ਤੁਹਾਡੀ ਸੇਵਾ ਕਰਦੇ ਆ। ਅਰ ਤੁਸੀਂ ਕੀ ਦਿੰਨੇ? ਲੈ ਤੇਰੀ ਅਰਦਾਸ ਕਰ ਦਿੰਨੇ, ਤੇਰੀ ਅਰਦਾਸ ਕੋਈ ਸੁਣਦਾ? ਇਹ ਬਤਾ। ਲੈ ਮੇਰੀ ਕਰ ਦਿਓ। ਮੈਂ ਇੱਕ ਨੂੰ ਆਖਿਆ ਤੇਰੀ ਅਰਦਾਸ ਕੋਈ ਸੁਣਦਾ? ਫਿਰ ਇਹਨਾਂ ਨੂੰ ਇਉਂ ਕਿਉਂ ਨਹੀਂ ਕਹਿੰਦੇ ਹੋ ਭਾਈ? ਕਿਹਦੇ ਮੂਹਰੇ ਅਰਦਾਸ ਕਰਦੇ ਆ? ਕੋਈ ਸੁਣਨੇ ਵਾਲਾ ਨਹੀਂ। ਗੁਰੂਆਂ ਨੇ ਕਿਹਾ ਸਹੋਵੇ ਜੀਆ ਆਪਣਾ ਕੀਆ, ਆਪਣਾ ਕੀਤਾ ਸਹਿਣਾ ਪਊਗਾ। ਅਰਦਾਸਾਂ ਫਰਿਆਦਾਂ ਕੋਈ ਨਹੀਂ ਸੁਣਦਾ। ਇਹ ਲੋਕਾਂ ਨੂੰ ਕਿਸ ਚੱਕਰ 'ਚ ਪਾਇਆ? ਲੈ ਕੇ ਧਨ। ਲੋਕ ਵੀ ਐਸੇ ਆ, ਸੋਨੇ ਤਾਈਂ ਦਾਨ ਕਰੀ ਜਾਂਦੇ ਆ। ਲੋਕ ਇੱਥੇ ਸੋਨਾ ਚੜਾਇਆ ਜੀ, ਐਸੇ ਕਰਾਇਆ ਜੀ। ਓਏ ਭਲਿਓ ਆਦਮੀਓ, ਗੁਰੂ ਤਿਆਗ ਵਿਰਾਗ ਦੀ ਬਿਰਤੀ ਵਾਲੇ ਸੀ। ਕਿਸੇ ਸਿੱਖ ਦੀ ਤਿਆਗ ਬਿਰਤੀ ਹੋਈ? ਜਿਹਦੇ ਕੋਲੇ ਲੱਖ ਰੁਪਈਆ ਉਹਨੇ ਤਿਆਗ ਕਰ ਲਿਆ, ਯਾਰ ਬਹੁਤ ਹੈ। ਸੁਰਤੀ ਨੇ ਕਿਹਾ ਜੇ 10 5 25 ਭਏ 7 ਹੋਏ 1000 ਨ ਲੱਖ ਮੰਗੇਗੀ।